ਨਾਨਕ ਸਿੰਘ ਜੀ ਦੀ ਕਹਾਣੀ ਮੇਰੀ ਪਿਆਰੀ ਜਨਮ ਭੂਮੀ। ਪੱਛਮੀ ਪੰਜਾਬ ਦੇ ਜ਼ਿਲ੍ਹਾ ਜੇਹਲਮ ਵਿੱਚ ਇੱਕ ਗੁਮਨਾਮ ਜਿਹਾ ਪਿੰਡ ਚੱਕ ਹਮੀਦ ਜਾਲਪਾ ਕਰਕੇ ਸੱਦੀਦਾ ਹੈ ਤੇ ਇਸੇ ਪਿੰਡ ਮੇਰਾ ਜਨਮ ਹੋਇਆ ਸੀ। ਮੇਰੀ ਯਾਦਾਸ਼ਤ ਕੁਝ ਜ਼ਿਆਦਾ ਕਮਜ਼ੋਰ ਹੈ, ਸ਼ਾਇਦ ਇਸ ਕਰਕੇ ਇਸ ਦਾ ਬਹੁਤਾ ਹਿੱਸਾ ਨਾਵਲ ਨਵੀਸੀ ਨੇ ਮੱਲ ਲਿਆ ਹੈ, ਜਿਸ ਕਰਕੇ ਨਿੱਕੇ ਹੁੰਦਿਆਂ ਦੀਆਂ ਬਹੁਤੀਆਂ ਗਲਤੀਆਂ ਮੈਨੂੰ ਯਾਦ ਨਹੀਂ ਰਹੀਆਂ। ਪਰ ਜੋ ਕੁਝ ਯਾਦ ਦੀ ਤਖਤੀ ਉੱਤੇ ਬਾਕੀ ਹੈ ਉਹ ਐਸਾ ਹੈ ਜਿਸ ਨੂੰ ਮੈਂ ਮਰਦੇ ਦਮ ਤੀਕ ਭੁੱਲ ਨਹੀਂ ਸਕਦਾ। ਮੇਰੀਆਂ ਮਿੱਠੀਆਂ ਤੇ ਪਿਆਰੀਆਂ ਯਾਦਾਂ ਵਿੱਚ ਸਭ ਤੋਂ ਪਹਿਲਾ ਤੇ ਸਭ ਤੋਂ ਆਖਰੀ ਨੰਬਰ ਮੇਰੀ ਜਨਮ ਭੂਮੀ ਦਾ ਹੈ। ਇਸੇ ਲਈ ਆਪਣੀ ਜੀਵਨੀ ਦੇ ਹਾਲਾਤ ਲਿਖਣ ਲੱਗਿਆਂ ਇਹ ਚੀਜ਼ ਮੈਂ ਸਭ ਤੋਂ ਛੇਕੜ ਵਿੱਚੋਂ ਬਿਆਨ ਕਰਨ ਲਈ ਰੱਖੀ ਹੋਈ ਸੀ। ਜ਼ਿਲ੍ਹਾ ਜੇਹਲਮ ਦੀਆਂ ਬਾਕੀ ਤਹਿਸੀਲਾਂ ਤਾਂ ਪੋਠੋਹਾਰ ਦੇ ਵਿੱਚ ਗਿਣੀਆਂ ਜਾਂਦੀਆਂ ਹਨ, ਪਰ ਸਾਡੀ ਤਹਿਸੀਲ ਪਿੰਡ ਦਾਦਨ ਖਾਨ ਨੂੰ ਥਲ ਦਾ ਇਲਾਕਾ ਕਿਹਾ ਜਾਂਦਾ ਹੈ, ਜਿਸ ਲਈ ਇਸ ਤਹਿਸੀਲ ਦੇ ਰਹਿਣ ਵਾਲੇ ਅਸੀਂ ਪੋਠੋਹਾਰੀ ਦੇ ਥਾਂ ਬਲੋਚੀ ਸੱਦੀਦੇ ਹਾਂ। ਖਿਓੜਾ ਨਾਮੇ ਲੂਣ ਦਾ ਪਹਾੜ ਇਸੇ ਇਲਾਕੇ ਵਿੱਚ ਹੈ। ਲੂਣ ਨੂੰ ਰੱਬੀ ਨਿਹਮਤਾਂ ਵਿੱਚੋਂ ਸਭ ਤੋਂ ਵੱਡਮੁੱਲੀ ਨਿਹਮਤ ਮੰਨਿਆ ਗਿਆ ਹੈ, ਪਰ ਸਾਡੇ ਇਲਾਕੇ ਲਈ ਇਹੋ ਨਿਹਮਤ ਉਜਾੜੇ ਦਾ ਕਾਰਨ ਸਮਝੀ ਜਾਂਦੀ ਸੀ, ਕਿਉਂਕਿ ਇਸ ਦੇ ਸ਼ੋਰ ਦੇ ਅਸਰਾਂ ਨਾਲ ਲਾਗੇ ਚਾਗੇ 20-20, 30-30 ਮੀਲਾਂ ਤੱਕ ਜ਼ਮੀਨਾਂ ਬਾਜ਼ ਹੋ ਚੁੱਕੀਆਂ ਸੀ। ਮੇਰੇ ਪਿੰਡ ਚੱਕ ਹਮੀਦ ਦਾ ਇੱਕ ਪਾਸਾ ਤਾਂ ਪਹਾੜ ਵੱਲ ਲੱਗਦਾ ਹੈ ਤੇ ਦੂਜਾ ਦਰਿਆ ਜੇਹਲਮ ਦੇ ਕੰਢੇ ਨਾਲ ਗੋਇਆ। ਇਸ ਦੇ ਸੱਜੇ ਪਾਸੇ ਸਹਿਰਾ ਹੈ ਤੇ ਖੱਬੇ ਪਾਸੇ ਨਖ ਲਿਸਤਾਨ। ਲਾਗਲੇ ਪਹਾੜ ਦਾ ਨਾਂ ਡਿਡੋਟ ਹੈ, ਜਿਹੜਾ ਖਿਓੜੇ ਦੀ ਥਾਂ ਇੱਕ ਸ਼ਾਖ ਹੈ, ਪਰ ਇਸ ਦੇ ਪੇਟ ਵਿੱਚੋਂ ਲੂਣ ਦੇ ਥਾਂ ਪੱਥਰ ਦਾ ਕੋਲਾ ਨਿਕਲਦਾ ਹੈ। ਬੜਾ ਖੁਸ਼ਕ ਤੇ ਡਰਾਉਣਾ ਜਿਹਾ ਪਹਾੜ ਹੈ। ਇਹ ਨਰਕ ਤੇ ਸਵਰਗ ਦੇ ਦੋਹਾਂ ਕੰਢਿਆਂ ਵਿਚਾਲੇ ਘਿਰਿਆ ਹੋਇਆ ਇੱਕ ਛੋਟਾ ਜਿਹਾ ਖਤਰੰਮਾ ਪਿੰਡ ਸੀ, ਇਸ ਲਈ ਕਿ ਪੰਜਾਬ ਦੀ ਵੰਡ ਤੋਂ ਬਾਅਦ ਇਹ ਸਾਡੇ ਭਾਣੇ ਖਤਮ ਹੋ ਚੁੱਕਾ ਹੈ। ਪਹਾੜ ਵਾਲੇ ਪਾਸੇ ਦੀਆਂ ਜ਼ਮੀਨਾਂ ਵਿੱਚ ਤਾਂ ਦੂਰ ਤੱਕ ਕੱਲਰ ਹੀ ਕੱਲਰ ਭਖਦਾ ਦਿਖਾਈ ਦਿੰਦਾ ਸੀ ਤੇ ਦਰਿਆ ਵਾਲਾ ਪਾਸਾ ਹਰੇ ਭਰੇ ਖੇਤਾਂ ਤੇ ਬਾਗਾਂ ਨਾਲ ਭਰਪੂਰ। ਪਰ ਮੇਰੇ ਲਈ ਸੱਚੀ ਗੱਲ ਪੁੱਛੋ ਤਾਂ ਨਖਲੀਸਤਾਨ ਨਾਲੋਂ ਸ਼ਹਿਰ ਦਾ ਟੁਕੜਾ ਵਧੇਕ ਮਨ ਭਾਉਣਾ ਸੀ, ਕਿਉਂਕਿ ਉਸ ਕਲਰ ਵਿੱਚ ਮੇਰੀ ਦਿਲਚਸਪੀ ਦਾ ਸਭ ਤੋਂ ਕੀਮਤੀ ਸਮਾਨ ਸੀ, ਜਿਹੜਾ ਮੈਨੂੰ ਨਿੱਕਿਆਂ ਹੁੰਦਿਆਂ ਤੋਂ ਹੀ ਬੜਾ ਚੰਗਾ ਲੱਗਦਾ ਸੀ, ਤੇ ਇਹ ਸੀ ਉਸ ਵਿੱਚ ਕੁਝ ਪੁਰਾਣੇ ਥੇਹਾਂ ਦੀ ਮੌਜੂਦਗੀ, ਜਿਨ੍ਹਾਂ ਬਾਬਤ ਇਹ ਰਵਾਇਤ ਮਸ਼ਹੂਰ ਸੀ ਕਿ ਕਦੀ ਇਹ ਸਾਰਾ ਇਲਾਕਾ ਘੁੱਗ ਵਸੋਂ ਦੀ ਸ਼ਕਲ ਵਿੱਚ ਹੁੰਦਾ ਸੀ। ਪਰ ਜਿਉਂ-ਜਿਉਂ ਖਿਓੜੇ ਦਾ ਲੂਣੀ ਅਸਰ ਜ਼ਮੀਨਾਂ ਵਿੱਚ ਧੱਸਦਾ ਗਿਆ, ਜ਼ਮੀਨਾਂ ਬੇਕਾਰ ਹੁੰਦੀਆਂ ਗਈਆਂ, ਪਾਣੀ ਕਲਰਾ ਹੁੰਦਾ ਗਿਆ ਤੇ ਵਜੋਂ ਉਜੜਦੀ ਗਈ। ਆਮ ਪਿੰਡਾਂ ਵਾਂਗ ਇਹਨਾਂ ਥੇਹਾਂ ਦੇ ਨਾਮ ਅਜੇ ਤੀਕ ਲੋਕਾਂ ਦੇ ਮੂੰਹ ਚੜੇ ਹੋਏ ਸਨ। ਰੱਤਾ ਪਿੰਡ, ਦੀਵਾਨਪੁਰ, ਚੱਕ ਸੂਸਾ, ਕੌੜਾ ਖੂਹ ਆਦਿ। ਇਹ ਸਾਰੇ ਹੀ ਥੇ ਮੈਨੂੰ ਚੰਗੇ ਲੱਗਦੇ ਸਨ, ਪਰ ਇਹਨਾਂ ਸਾਰਿਆਂ ਵਿੱਚੋਂ ਬਹੁਤਾ ਚੰਗਾ ਲੱਗਦਾ ਸੀ ਰੱਤਾ ਪਿੰਡ ਦਾ ਥੇ। ਕੇਵਲ ਇਸ ਕਰਕੇ ਨਹੀਂ ਕਿ ਬਾਕੀ ਸਾਰੇ ਥੇ ਨਾਲੋਂ ਇਹ ਫੈਲਾਊ ਤੇ ਉਚਾਈ ਦੇ ਲਿਹਾਜ਼ ਨਾਲ ਵੱਡਾ ਸੀ, ਬਲਕਿ ਇਸ ਕਰਕੇ ਕਿ ਇੱਕ ਤਾਂ ਇਹ ਸਭ ਤੋਂ ਨੇੜੇ ਸੀ, ਚੁੱਕੇ ਹਮੀਦ ਤੋਂ ਕੋਈ ਅੱਧ ਮੀਲ ਦੀ ਵਾਟ ਤੇ, ਦੂਜਾ ਇਸ ਕਰਕੇ ਕਿ ਉਜੜਨ ਵਾਲੇ ਪਿੰਡਾਂ ਵਿੱਚ ਸ਼ਾਇਦ ਇਸ ਦਾ ਨੰਬਰ ਸਭ ਤੋਂ ਆਖਰੀ ਸੀ। ਇਹ ਉਸ ਥੇ ਤੋਂ ਲੱਭਿਆ ਹੋਇਆ ਚੀਜ਼ਾਂ ਦੱਸਦੀਆਂ ਸਨ। ਮੈਂ ਭਾਵੇਂ ਬਹੁਤ ਛੋਟੀ ਉਮਰੇ ਆਪਣਾ ਪਿੰਡ ਛੱਡ ਦਿੱਤਾ ਸੀ, ਪਰ ਉਸ ਤੋਂ ਬਾਅਦ ਵੀ ਜਦ ਕਦੇ ਮੈਨੂੰ ਪਿੰਡ ਰਹਿਣ ਦਾ ਮੌਕਾ ਮਿਲਿਆ, ਕੋਈ ਦਿਨ ਐਸਾ ਨਹੀਂ ਸੀ ਹੁੰਦਾ ਜਦ ਮੈਂ ਰੱਤੇ ਪਿੰਡ ਦੇ ਥੇ ਉੱਤੇ 2-4 ਘੰਟੇ ਬੈਠ ਕੇ ਨਾ ਆਇਆ ਹੋਵਾਂ। ਬਾਜੇ ਦਿਨ ਤਾਂ ਮੈਂ ਸਾਰੀ ਦਿਹਾੜੀ ਉੱਥੇ ਹੀ ਗੁਜ਼ਾਰ ਦਿੰਦਾ ਸਾਂ। ਮੇਰੀ ਦਿਲਚਸਪੀ ਵਾਲੀ ਚੀਜ਼ ਜੇ ਕੋਈ ਪੁੱਛੇ ਕਿ ਉੱਥੇ ਕਿਹੜੀ ਸੀ, ਤਾਂ ਮੈਂ ਇਸ ਤੋਂ ਵੱਧ ਕੁਝ ਨਹੀਂ ਦੱਸ ਸਕਦਾ ਕਿ ਪੁਰਾਣੀਆਂ ਠੀਕਰੀਆਂ, ਹੱਡੀਆਂ ਤੇ ਕਦੀ ਕਦਾਈ ਤਾਂਬੇ ਦਾ ਘਸਿਆ ਕੋਈ ਸਿੱਕਾ ਵੀ। ਜਿੰਨਾ ਚਿਰ ਮੈਂ ਥੇ ਉੱਤੇ ਰਹਿੰਦਾ, ਉਸ ਦਾ ਕੋਈ ਨਾ ਕੋਈ ਥਾਂ ਪੁੱਟਦਾ ਰਹਿੰਦਾ ਸਾਂ, ਤੇ ਨਾਲ ਇੱਕ ਵਸਦੇ ਰਸਤੇ ਪਿੰਡ ਦੇ ਅਣਵੇਖੇ ਅਣਜਾਣੇ ਮਨੁੱਖ ਤੀਵੀਆਂ ਮੇਰੀਆਂ ਅੱਖਾਂ ਅੱਗੇ ਫਿਰੀ ਜਾਂਦੇ ਸਨ। ਇੱਕ ਦਿਨ ਥੇ ਤੇ ਫਿਰਦਿਆਂ ਮੈਨੂੰ 3 ਥੇਵਿਆਂ ਵਾਲੀ ਇੱਕ ਚਾਂਦੀ ਦੀ ਮੁੰਦਰੀ ਲੱਭੀ, ਜਿਸ ਵਿੱਚ ਥੇਵ ਤਾਂ ਨਹੀਂ ਪਰ ਉਹਨਾਂ ਦੀ ਥਾਂ ਮੌਜੂਦ ਸਨ। ਇਸ ਮੁੰਦਰੀ ਮੈਂ ਬਰਾਬਰ ਕਈ ਵਰ੍ਹੇ ਸਾਂਭੀ ਰੱਖੀ, ਤੇ ਜਦੋਂ ਵੀ ਮੈਂ ਉਸ ਨੂੰ ਵੇਖਦਾ ਸਾਂ, ਕਲਪਨਾ ਹੀ ਕਲਪਨਾ ਨਾਲ ਉਸ ਨੂੰ ਪਹਿਨਣ ਵਾਲੀ ਕਿਸੇ ਮੁਟਿਆਰ ਦੀਆਂ ਵੰਨ-ਸੁਵੰਨੀਆਂ ਤਸਵੀਰਾਂ ਮੇਰੇ ਹਿਰਦੇ ਦੀ ਸਕਰੀਨ ਤੇ ਆਉਣ ਲੱਗ ਪੈਂਦੀਆਂ ਸਨ। ਭਾਵੇਂ ਸ਼ੋਰ ਦੀ ਮਾਰ ਨਾਲ ਹੀ ਉਹ ਆਬਾਦੀ ਉਜੜੀ ਸੀ, ਪਰ ਇਸ ਤੋਂ ਛੁੱਟ ਕੁਝ ਹੋਰ ਵੀ ਲੋਕਾਂ ਦੇ ਮੂੰਹ
ਜਿਹੜੀਆਂ ਕਹਾਣੀਆਂ ਇਸ ਨਾਲ ਸੰਬੰਧਿਤ ਸਨ, ਜਿਹਾ ਕਿ ਇੱਕ ਵਾਰੀ ਇੰਨੀ ਪਲੇਗ ਪਈ ਕਿ ਰੱਤੇ ਪਿੰਡ ਵਿੱਚ ਮਨੁੱਖਾਂ ਦਾ ਨਾਮ ਨਿਸ਼ਾਨ ਮਿਟ ਗਿਆ। ਦਰਿਆ ਜੇਹਲਮ ਇੱਕ ਵਾਰੀ ਇਤਨੇ ਜ਼ੋਰ ਦਾ ਚੜ੍ਹਿਆ ਕਿ ਸਾਰੇ ਪਿੰਡ ਨੂੰ ਰੋੜ ਕੇ ਲੈ ਗਿਆ। ਇੱਕ ਕੋਈ ਫਕੀਰ ਇੱਥੋਂ ਲੰਘਿਆ, ਜਿਸ ਦੀ ਬਗਲੀ ਵਿੱਚ ਇੱਕ ਸੋਹਣੀ ਨੇ ਰੋਟੀ ਦੇ ਥਾਂ ਜੁੱਤੀ ਦਾ ਛਿੱਤਰ ਸੁੱਟ ਦਿੱਤਾ ਤੇ ਉਸ ਫਕੀਰ ਦੀ ਬਦਦੁਆ ਕਰਕੇ ਰੱਤਾ ਪਿੰਡ ਉੱਜੜ ਗਿਆ। ਰੱਤੇ ਪਿੰਡ ਤੋਂ ਦੂਜੇ ਦਰਜੇ ਤੇ ਜਿਹੜੀ ਚੀਜ਼ ਮੈਨੂੰ ਪਿਆਰੀ ਸੀ, ਇਹ ਸੀ ਕਿ ਇੱਕ ਸਾਵਲੇ ਜਿਹੇ ਰੰਗ ਦੀ ਅਰਾਇਣ, ਜਿਸ ਨੂੰ ਭੋਲੀ ਕਰਕੇ ਸੱਦਿਆ ਜਾਂਦਾ ਸੀ। ਅਸਲ ਨਾਂ ਉਸਦਾ ਰਸੂਲ ਬੀਬੀ ਸੀ। ਇਹਨਾਂ ਅਰਾਈਆਂ ਦਾ ਤੇ ਸਾਡੇ ਘਰ ਨਾਲ ਸਨ। ਭੋਲੀ ਦੀ ਸੰਤਾਨ ਕੋਈ ਨਹੀਂ ਸੀ ਤੇ ਮੇਰੀ ਮਾਂ ਨਾਲ ਉਸਦਾ ਬਹੁਤਾ ਗੂੜਾ ਸਹੇਲ ਸੀ। ਮਾਂ ਮੈਨੂੰ ਦੱਸਦੀ ਹੁੰਦੀ ਸੀ, ਹੰਸ, ਭੋਲੀ ਵੀ ਤੇਰੀ ਮਾਂ ਏ, ਇਸ ਤੈਨੂੰ ਦੁੱਧ ਚੁੰਘਾਇਆ ਸੀ। ਬੇਬੇ ਨੇ ਹੋਰ ਦੱਸਿਆ, ਅਸਾਂ ਦੋਹਾਂ ਨੂੰ ਇਕੱਠਾ ਹੀ ਚਲੀਹਾ ਆਇਆ ਸੀ। ਭੋਲੀ ਨੂੰ ਕੁੜੀ ਜੰਮੀ ਸੀ, ਜਿਹੜੀ ਜੰਮਣ ਤੋਂ ਤੀਜੇ ਦਿਨ ਹੀ ਮਰ ਗਈ। ਇੱਧਰ ਮੈਨੂੰ ਦੁੱਧ ਨਹੀਂ ਸੀ ਉਤਰਦਾ ਤੇ ਉੱਧਰ ਵਿਚਾਰੀ ਭੋਲੀ ਦਾ ਇਹ ਹਾਲ ਸੀ ਕਿ ਉਸਦੀਆਂ ਛਾਤੀਆਂ ਦੁੱਧ ਦੇ ਜ਼ੋਰ ਕਰਕੇ ਪਾਟਣੀਆਂ ਆਈਆਂ ਸਨ। ਭਾਵੇਂ ਗੁਆਂਢਣਾਂ ਨੇ ਬਥੇਰਾ ਮਨਾ ਕੀਤਾ ਕਿ ਮੋਏ ਹੋਏ ਬੱਚੇ ਦੀ ਮਾਂ ਦਾ ਦੁੱਧ ਚੰਗਾ ਨਹੀਂ ਹੁੰਦਾ, ਪਰ ਮੈਂ ਕੀ ਕਰਦੀ। ਮੈਂ ਸੋਚਿਆ, ਚਲੋ ਜੋ ਹੋਵੇਗਾ ਵੇਖਿਆ ਜਾਏਗਾ। ਵਿਚਾਰਾ ਭੁੱਖ ਨਾਲ ਵਿਲਕ ਕੇ ਤਾਂ ਨਾ ਮਰੇ। ਸੋ ਮੈਂ ਤੈਨੂੰ ਭੋਲੀ ਦੀ ਗੋਦ ਵਿੱਚ ਪਾ ਦਿੱਤਾ, ਜਿਸ ਦਾ ਤੂੰ ਕਈ ਮਹੀਨੇ ਦੁੱਧ ਚੁੰਘਿਆ। ਸ਼ਾਇਦ ਇਸੇ ਕਰਕੇ ਭੋਲੀ ਮੈਨੂੰ ਇੰਨਾ ਪਿਆਰ ਕਰਦੀ ਸੀ। ਮੇਰੀ ਮਾਂ ਦੱਸਦੀ ਹੁੰਦੀ ਸੀ, ਜਿੰਨਾ ਤੇਰਾ ਗੂੰ ਮੂਤਰ ਭੋਲੀ ਨੇ ਹੁੰਜਿਆ, ਕਦੀ ਮੈਨੂੰ ਹੁੰਜਣਾ ਪੈਂਦਾ ਤਾਂ ਮੈਂ ਤੈਨੂੰ ਚੁੱਕ ਕੇ ਰੂੜੀ 'ਤੇ ਸੁੱਟ ਆਉਂਦੀ। ਮੈਨੂੰ ਯਾਦ ਹੈ, ਜਦੋਂ ਮੈਂ ਭਾਈਏ ਪਿਤਾ ਨਾਲ ਪਹਿਲੀ ਵਾਰੀ ਪਿਸ਼ਾਵਰ ਤੁਰਨ ਲੱਗਾ ਸਾਂ ਤਾਂ ਬੇਬੇ ਤੇ ਹਿੱਕ ਨਾਲ ਲਾ ਕੇ ਕੇਵਲ ਮੈਨੂੰ ਚੁੰਮਿਆ ਸੀ, ਪਰ ਭੋਲੀ ਦੀਆਂ ਅੱਖਾਂ ਵਿੱਚ ਅੱਥਰੂ ਵੀ ਤੱਕੇ ਸਨ। ਤੇ ਜਦ ਉਸ ਤੋਂ 3 ਵਰ੍ਹੇ ਬਾਅਦ ਮੈਂ ਮੁੜ ਪਿੰਡ ਪਹੁੰਚਿਆ ਤਾਂ ਭੋਲੀ ਨੂੰ ਮੈਂ ਸੰਗਲਾਂ ਨਾਲ ਵੱਜੀ ਹੋਈ ਵੇਖਿਆ। ਉਹ ਪਾਗਲ ਹੋ ਗਈ ਸੀ, ਜਿਸ ਦਾ ਸਬਬ ਪਤਾ ਲੱਗਾ ਕਿ ਉਸਦੇ ਪਤੀ ਨੇ ਹੋਰ ਵਿਆਹ ਕਰਵਾ ਲਿਆ ਸੀ। ਭੋਲੀ ਨੇ ਫਿਰ ਵੀ ਮੈਨੂੰ ਪਛਾਣ ਲਿਆ। ਮੈਨੂੰ ਮੇਰਾ ਨਾਂ ਲੈ ਕੇ ਉਸਨੇ ਆਵਾਜ਼ਾਂ ਦਿੱਤੀਆਂ। ਮੈਨੂੰ ਗੋਦੀ ਵਿੱਚ ਲੈਣ ਖਾਤਰ ਉਸਨੇ ਸੰਗਲਾਂ ਨਾਲ ਘੋਲ ਵੀ ਕੀਤਾ, ਪਰ ਬੇਅਰਥ। ਮੇਰਾ ਇੱਕ ਵਾਰੀ ਤਾਂ ਦਿਲ ਚਾਹਿਆ ਕਿ ਉਸਨੂੰ ਜਾ ਲਿਪਟਾਂ, ਪਰ ਉਸਦੀਆਂ ਅੱਖਾਂ ਵੱਲ ਤੱਕ ਕੇ ਡਰ ਆਉਂਦਾ ਸੀ ਕਿ ਕਿਤੇ ਮੈਨੂੰ ਘੁੱਟ ਕੇ ਹੀ ਨਾ ਮਾਰ ਸੁੱਟੇ। ਮੈਂ ਮਹੀਨਾ ਕੁ ਪਿੰਡ ਰਹਿ ਕੇ ਫਿਰ ਪਿਸ਼ਾਵਰ ਚਲਿਆ ਗਿਆ ਤੇ ਉਸ ਤੋਂ 2 ਵਰ੍ਹੇ ਬਾਅਦ ਜਦੋਂ ਵਾਪਸ ਪਿੰਡ ਆ ਗਿਆ ਤਾਂ ਭੋਲੀ ਮਰ ਚੁੱਕੀ ਸੀ। ਹੁਣ ਵੀ ਜਦ ਕਦੀ ਮੈਨੂੰ ਉਸਦੀ ਯਾਦ ਆਉਂਦੀ ਹੈ, ਉਸਦੀਆਂ ਅੱਖਾਂ ਵਿੱਚ ਮਮਤਾ ਦੀ ਚਮਕ ਵੇਖਦਾ ਹਾਂ, ਤਾਂ ਉਹ ਨਿਖੜਾ ਨਹੀਂ ਕਰ ਸਕਦਾ ਕਿ ਲੱਛਮੀ ਤੇ ਭੋਲੀ ਵਿੱਚ ਕੀ ਫਰਕ ਸੀ। ਮੈਨੂੰ ਮਾਲੀਗਿਰੀ ਦਾ ਮੁੱਢ ਤੋਂ ਹੀ ਬੜਾ ਸ਼ੌਕ ਹੈ। ਕਿਸੇ ਸ਼ੁਗਲ ਨਾਲ ਜੇ ਮੈਨੂੰ ਸਭ ਤੋਂ ਬਹੁਤਾ ਪਿਆਰ ਹੈ ਤਾਂ ਮਾਲੀਗਿਰੀ ਨਾਲ। ਫੁੱਲ ਬੂਟੇ ਤੇ ਸਬਜ਼ੀਆਂ ਗੋਡਣ ਸਿੱਜਣ ਵਿੱਚ ਮੈਨੂੰ ਜਿੰਨੀ ਖੁਸ਼ੀ ਮਿਲਦੀ ਹੈ, ਉਨੀ ਦੁਨੀਆ ਦੀ ਹੋਰ ਕਿਸੇ ਚੀਜ਼ ਵਿੱਚੋਂ ਨਹੀਂ। ਕਦੀ ਸੋਚਦਾ ਹਾਂ, ਕਦਾਚਿਤ ਇਸ ਦਾ ਇਹੋ ਕਾਰਨ ਹੋਵੇ ਕਿ ਮੇਰੀਆਂ ਨਾੜਾਂ ਵਿੱਚ ਇੱਕ ਅਰਾਇਣ ਦੇ ਦੁੱਧ ਦਾ ਅਸਰ ਹੈ। ਪਿੰਡ ਮੈਨੂੰ ਬੜਾ ਪਿਆਰਾ ਸੀ, ਪਰ ਇਉਂ ਸਮਝੋ ਕਿ ਉਮਰ ਭਰ ਮੈਂ ਆਪਣੇ ਪਿੰਡ ਨੂੰ ਤਰਸਦਾ ਹੀ ਰਿਹਾ। ਮੈਨੂੰ ਕਦੀ ਵੀ ਰੱਜ ਕੇ ਉਸ ਨੂੰ ਮਾਣਨ ਦਾ ਮੌਕਾ ਨਾ ਮਿਲਿਆ। ਪਿਸ਼ਾਵਰ ਵਿੱਚ ਰਹਿੰਦਿਆਂ ਅਕਸਰ ਮੈਂ ਰਾਤ ਸੁਪਨਿਆਂ ਵਿੱਚ ਵੀ ਆਪਣੇ ਆਪ ਨੂੰ ਪਿੰਡ ਦੀਆਂ ਗਲੀਆਂ ਵਿੱਚ ਹੀ ਵੇਖਦਾ ਹੁੰਦਾ ਸਾਂ ਤੇ ਜਦ ਕਦੀ ਮੈਂ ਆਪਣੀ ਮਾਂ ਪਾਸ ਪਿੰਡ ਜਾਣ ਦੀ ਖਾਹਿਸ਼ ਪ੍ਰਗਟ ਕਰਦਾ, ਉਹ ਅੱਗੋਂ ਵਿਅੰਗ ਨਾਲ ਕਹਿੰਦੀ, ਵੇਖਾਂ ਬੜਾ ਜਿਵੇਂ ਦਿੱਲੀ ਦਾ ਕੂਚਾ ਰਹਿ ਗਿਆ ਏ, ਕੱਲਰ ਤੇ ਕੌੜੇ ਪਾਣੀ ਤੋਂ ਬਿਨਾਂ ਉੱਥੇ ਹੈ ਹੀ ਕੀ ਹੈ। ਆਪਣੀ ਪਤਨੀ ਤੇ ਬੱਚਿਆਂ ਦੀ ਮਹਿਫਲ ਵਿੱਚ ਬੈਠ ਕੇ ਵੀ ਜਦ ਕਦੀ ਉਹਨਾਂ ਦੀਆਂ ਯਾਦਾਂ ਨੂੰ ਦੁਹਰਾਉਂਦਾ ਹੋਇਆ ਦਿਲ ਦੀ ਤਮੰਨਾ ਪ੍ਰਗਟ ਕਰਦਾ ਹਾਂ ਤਾਂ ਸਾਰੇ ਹੀ ਮੇਰੀ ਇਸ ਝੱਲੀ ਜਿਹੀ ਰੀਝ ਉੱਤੇ ਹੱਸ ਛੱਡਦੇ ਸਨ। ਪਰ ਮੇਰੇ ਦਿਲ ਨੂੰ ਕੋਈ ਪੁੱਛ ਕੇ ਵੇਖੇ, ਬਚਪਨ ਗਿਆ, ਜਵਾਨੀ ਆਈ ਤੇ ਹੁਣ ਪੈਰੋਂ ਪੈਰ ਬੁਢੇਪੇ ਵੱਲ ਜਾ ਰਿਹਾ ਹਾਂ। ਕੁਆਰਾ ਜਾਂ ਫਿਰ ਪਤੀ ਬਣਿਆ, ਇਸ ਤੋਂ ਬਾਅਦ ਕਈਆਂ ਮੌਤ ਸਤਾਨਾਂ ਦਾ ਪਿਤਾ ਤੇ ਇਸ ਵੇਲੇ ਇੱਕ ਪੋਤਰੇ ਦਾ ਬਾਬਾ ਵੀ ਬਣ ਚੁੱਕਾ ਹਾਂ। ਪਰ ਅੱਜ ਵੀ ਉਸ ਕੱਲਰ ਤੇ ਕੌੜੇ ਪਾਣੀ ਵਾਲੀ ਧਰਤੀ ਲਈ ਦਿਲ ਸਹਿਕ ਰਿਹਾ ਹੈ। ਕਹਿੰਦਾ ਹਾਂ ਕੋਈ ਮੇਰਾ ਸਭ ਕੁਝ ਲੈ ਲਵੇ, ਪਰ ਇੱਕ ਵਾਰੀ ਫਿਰ ਉਹਨਾਂ ਗਲੀਆਂ ਵਿੱਚ ਗੁੱਲੀ ਡੰਡਾ ਖੇਡਣ ਦਾ ਸਮਾਂ, ਉਸ ਅਰਾਇਣ ਭੋਲੀ ਦੀ ਛਾਤੀ ਚੁੰਘਣ ਦਾ ਸਮਾਂ ਮੈਨੂੰ ਮੋੜ ਕੇ ਲਿਆ ਦੇਵੇ। ਧੰਨਵਾਦ।